ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ CBSA ਦੇ ਅਧਿਕਾਰੀਆਂ ਵੱਲੋਂ ਜਿਹੜੇ ਬਾਰਡਰ ਅਧਿਕਾਰੀ ਆ ਕੈਨੇਡਾ ਦੇ ਹੜਤਾਲ ਦੀ ਜਿਹੜੀ ਆ ਗੱਲ ਚੱਲ ਰਹੀ ਆ। ਇਸ ਬਾਰੇ ਬਕਾਇਦਾ ਉਹਨਾਂ ਨੇ ਵੋਟਾਂ ਜਿਹੜੀਆਂ ਪਾ ਕੇ ਹੜਤਾਲ ਦੇ ਹੱਕ ਦੇ ਵਿੱਚ ਮਤਾ ਪਾ ਲਿਆ ਆ ਜੀ। BC ਤੇ ਅਲਬਰਟਾ ਦੇ ਵਿੱਚ ਗਰਮੀ ਜਿਹੜੀ ਆ ਫਿਰ ਵਧਣ ਜਾ ਰਹੀ ਆ। ਇਸ ਦੇ ਨਾਲ ਹੀ ਸਰੀ ਦੇ ਵਿੱਚ ਇੱਕ ਕੌਂਸਲਰ ਨੇ ਮੰਗ ਰੱਖੀ ਹੈ ਕਿ ਜਿਹੜੇ ਘਰ ਇਲੀਗਲੀ ਵਧਾਏ ਹੋਏ ਆ ਗੈਰ ਕਾਨੂੰਨੀ ਤੌਰ ਦੇ ਉੱਤੇ ਉਹਨਾਂ ਦੀ ਉਸਾਰੀ ਕੀਤੀ ਗਈ ਆ, ਉਹਨਾਂ ਨੂੰ ਰੋਕਣ ਦੇ ਵਾਸਤੇ ਕੁਝ ਕੀਤਾ ਜਾਵੇ। ਸਾਊਦੀ ਅਰਬ ਵੱਲੋਂ ਆਪਣੇ ਲੋਕਾਂ ਦੇ ਉੱਤੇ ਸ਼ਿਕੰਜਾ ਕੱਸਿਆ ਗਿਆ ਜਿਹੜੇ ਕਿ ਕਾਨੂੰਨਾਂ ਦੀ ਪਾਲਣਾ ਨਹੀਂ ਕਰ ਸਕਦੇ। ਅਮਰੀਕਾ ਨੇ ਚੀਨ ਦੇ ਮਾਮਲੇ ਵਿੱਚ ਭਾਰਤ ਨੂੰ ਕੁਝ ਸਲਾਹਾਂ ਦਿੱਤੀਆਂ ਆ। ਭਾਰਤ ਤੇ ਚੀਨ ਦੇ ਵਿਚਾਲੇ ਜਿਹੜੀ ਗੱਲਬਾਤ ਚੱਲ ਰਹੀ ਹੈ ਲੜਾਈ ਖਤਮ ਕਰਨ ਦੇ ਵਾਸਤੇ, ਉਹਦੀ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਨਾਲ ਹੀ ਗੱਲਬਾਤ ਕਰਾਂਗੇ ਕਿਤਾਬਾਂ ਦੇ ਠੇਕੇ ਅਤੇ ਸ਼ਰਾਬ ਦੀ ਲਾਇਬ੍ਰੇਰੀ ਦੀ। ਤੇ ਅਖੀਰ ਵਿੱਚ ਨਵਜੋਤ ਸਿੱਧੂ ਦੀ ਗੱਲ ਕਰਾਂਗੇ ਜੋ ਕਿ ਵਿਰੋਧੀ ਪਾਰਟੀ ਦਾ ਰੋਲ ਖੋਹ ਕੇ ਲੈ ਗਏ ਆ। ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਮੁੜ ਤੁਹਾਡਾ ਸਭ ਦਾ ਨਿੱਘਾ ਸਵਾਗਤ ਆ। ਜਦੋਂ ਕਿ 1.5 ਸਾਲ ਬੰਦ ਰਹਿਣ ਤੋਂ ਬਾਅਦ ਹੁਣ ਆਸਾਂ ਸੀਗੀਆਂ ਕਿ ਕੈਨੇਡਾ ਅਮਰੀਕਾ ਬਾਰਡਰ ਜਿਹੜਾ ਆ ਉਹ ਖੁੱਲ੍ਹ ਸਕਦਾ ਆ। ਕੈਨੇਡਾ ਨੇ ਪਹਿਲ ਕਦਮੀ ਕਰਦਿਆਂ 9 ਅਗਸਤ ਤੋਂ ਬਾਰਡਰ ਖੋਲ੍ਹਣ ਦਾ ਐਲਾਨ ਕਰ ਦਿੱਤਾ ਕਿ ਅਮਰੀਕਾ ਦੇ ਵਿੱਚ ਜੋ ਲੋਕ ਜਿਨ੍ਹਾਂ ਦੇ ਪੂਰੀ ਵੈਕਸੀਨੇਸ਼ਨ ਹੋ ਚੁੱਕੀ ਆ ਉਹ ਕੈਨੇਡਾ ਜਿਹੜਾ ਆ ਸਕਦੇ। ਉਹਨਾਂ ਨੂੰ ਕੋਈ ਕੁਆਰੰਟੀਨ ਕਰਨ ਦੀ ਲੋੜ ਨਹੀਂ, ਕਿਸੇ ਹੋਟਲ ਵਗੈਰਾ ਦੇ ਵਿੱਚ ਰਹਿਣ ਦੀ ਜਿਹੜੀ ਸ਼ਰਤ ਸੀਗੀ ਉਹ ਚੁੱਕ ਦਿੱਤੀ ਗਈ ਸੀਗੀ। ਦੂਜੇ ਪਾਸੇ ਅਮਰੀਕਾ ਨੇ ਹਜੇ 21 ਅਗਸਤ ਤੱਕ ਪਾਬੰਦੀ ਲਾਈ ਹੋਈ ਹੈ ਵੀ ਕੈਨੇਡਾ ਵਾਲੇ ਅਮਰੀਕਾ ਦੇ ਵਿੱਚ ਨਹੀਂ ਵੜ ਸਕਦੇ, ਪਰ ਆਸ ਸੀਗੀ ਕਿ ਸ਼ਾਇਦ 21 ਅਗਸਤ ਤੋਂ ਬਾਅਦ ਇਹ ਜਿਹੜੀ ਆ ਪਾਬੰਦੀ ਚੱਕੀ ਜਾਵੇਗੀ। ਪਰ ਹੁਣ ਜਦੋਂ ਕਿ ਇਹ ਗੱਲਬਾਤ ਚੱਲ ਰਹੀ ਸੀ, ਲੋਕ ਜਿਹੜੇ ਆ ਆਸਵੰਦ ਹੋਏ ਸੀਗੇ, ਅਮਰੀਕਾ ਵਾਲੇ ਖਾਸ ਕਰਕੇ ਬਹੁਤ ਆਸਵੰਦ ਸੀਗੇ ਕਿ ਚਲੋ ਹੁਣ 9 ਅਗਸਤ ਤੋਂ ਬਾਅਦ ਚੱਲਾਂਗੇ, ਸਰੀ ਘੁੰਮ ਫਿਰ ਕੇ ਆਵਾਂਗੇ, ਇਸ ਦਿਨ ਟੋਰਾਂਟੋ ਮਿਲ ਕੇ ਆਵਾਂਗੇ ਯਾਰਾਂ ਦੋਸਤਾਂ ਨੂੰ, ਇਕੱਠੇ ਬਹਿ ਕੇ ਗੱਲਾਂ ਬਾਤਾਂ ਹੋਣਗੀਆਂ। ਤਾਂ ਉਸ ਵੇਲੇ ਇੱਕ ਜਿਹੜੀ ਇਹ ਮੰਦਭਾਗੀ ਖਬਰ ਇਹ ਆ ਰਹੀ ਆ ਕਿ ਕੈਨੇਡਾ ਦੇ ਬਾਰਡਰਸ ਦੀ ਸੁਰੱਖਿਆ ਕਰਨ ਵਾਲੀ ਫੋਰਸ ਜਿਹੜੀ ਆ ਕੈਨੇਡੀਅਨ ਬਾਰਡਰ ਸਿਕਿਉਰਿਟੀ ਸਰਵਿਸ ਜਿਹੜੀ ਆ CBSA, ਉਹਨਾਂ ਦੇ ਤਕਰੀਬਨ 8500 ਦੇ ਕਰੀਬ ਜਿਹੜੇ ਕਰਮਚਾਰੀ ਆ ਉਹਨਾਂ ਨੇ ਹੜਤਾਲ ਦੇ ਹੱਕ ਦੇ ਵਿੱਚ ਮਤਾ ਪਾ ਦਿੱਤਾ ਜੀ। ਹੋਇਆ ਇਸ ਤਰ੍ਹਾਂ ਕਿ ਜਿਹੜੇ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਦੇ ਕਰਮਚਾਰੀ ਆ ਇਹ ਲੰਮੇ ਸਮੇਂ ਤੋਂ ਫੈਡਰਲ ਸਰਕਾਰ ਤੋਂ ਕੁਝ ਮੰਗਾਂ ਕਰ ਰਹੇ ਸੀਗੇ, ਜਿਹਦੇ ਵਿੱਚ ਵੱਡੀ ਮੰਗ ਇਹ ਸੀਗੀ ਕਿ ਅਸੀਂ ਵੀ ਸਿਕਿਉਰਿਟੀ ਆਫਿਸਰਸ ਹਾਂ, ਸਾਡਾ ਜਿਹੜਾ ਪੇ ਸਕੇਲ ਆ ਉਹ ਪੁਲਿਸ ਵਾਲਿਆਂ ਦੇ ਬਰਾਬਰ ਜਿਹੜਾ ਆ ਕੀਤਾ ਜਾਵੇ, ਇਹਨਾਂ ਦੀ ਸੁਰੱਖਿਆ ਦਾ ਜਿਹੜਾ ਆ ਉਹ ਖਿਆਲ ਰੱਖਿਆ ਜਾਵੇ। ਅਤੇ ਇਸ ਦੇ ਨਾਲ ਦੀ ਨਾਲ ਜਿਹੜਾ ਆ ਵਰਕ ਪਲੇਸ ਨੂੰ ਲੈ ਕੇ ਕੁਝ ਕੰਮ ਵਾਲੀ ਥਾਂ ਦੇ ਉੱਤੇ ਵਿਤਕਰੇਬਾਜ਼ੀ ਦੀਆਂ ਗੱਲਾਂ, ਕੁਝ ਸੱਭਿਆਚਾਰ ਜਿਹੜਾ ਉੱਥੇ ਕੰਮ ਦਾ ਬਹੁਤਾ ਵਧੀਆ ਨਹੀਂ, ਉਹਦੇ ਬਾਰੇ ਜਿਹੜੀਆਂ ਮੰਗਾਂ ਰੱਖੀਆਂ ਗਈਆਂ ਸੀਗੀਆਂ। ਹੁਣ ਇਹਨਾਂ ਦਾ ਕਹਿਣਾ ਕਿ ਸਾਨੂੰ ਫਰੰਟ ਲਾਈਨ ਵਰਕਰਸ ਕਹਿ ਕੇ ਮਾਣ ਤਾਣ ਦਾ ਬੜਾ ਦਿੱਤਾ ਗਿਆ ਆ, ਪਰ ਸਾਡੀਆਂ ਮੰਗਾਂ ਜਿਹੜੀਆਂ ਉਹ ਨਹੀਂ ਮੰਨੀਆਂ ਜਾ ਰਹੀਆਂ। ਸੋ ਇਸ ਕਰਕੇ ਸਾਨੂੰ ਹੁਣ ਸਾਡੇ ਕੋਲ ਹੁਣ ਹੜਤਾਲ ਤੋਂ ਬਿਨਾਂ ਕੋਈ ਜਿਹੜਾ ਆ ਚਾਰਾ ਨਹੀਂ ਰਿਹਾ। ਸੋ 9 ਅਗਸਤ ਨੂੰ ਅਮਰੀਕਾ ਵਾਲਿਆਂ ਵਾਸਤੇ ਬਾਰਡਰ ਖੋਲ੍ਹਣਾ ਆ ਅਤੇ 6 ਅਗਸਤ ਤੋਂ ਇਹ ਜਿਹੜੇ ਕਰਮਚਾਰੀ ਆ ਇਹ ਹੜਤਾਲ 'ਤੇ ਜਾਣ ਦਾ ਮਨ ਬਣਾ ਰਹੇ ਆ। ਸੋ ਇਹ ਜਲਦ ਹੀ ਸਰਕਾਰ ਨੂੰ ਇਸ ਸੰਬੰਧੀ ਨੋਟਿਸ ਜਿਹੜਾ ਦੇ ਸਕਦੇ ਆ, ਕਿਉਂਕਿ ਉਹਨਾਂ ਨੇ ਮਤਾ ਜਿਹੜਾ ਉਹ ਪਾਸ ਕਰ ਲਿਆ ਆ ਕਿ ਅਸੀਂ ਹੜਤਾਲ ਦੇ ਉੱਤੇ ਜਾਣਾ ਆ। ਬਹੁਤੇ ਲੋਕ ਜਿਹੜੇ ਇਹਦੇ ਹੱਕ ਦੇ ਵਿੱਚ ਆ। ਸੋ ਜੇ ਇਹ ਅਧਿਕਾਰੀ ਜਿਹੜੇ ਆ ਹੜਤਾਲ 'ਤੇ ਚਲੇ ਜਾਂਦੇ ਆ ਤਾਂ ਜ਼ਾਹਰ ਤੌਰ ਦੇ ਉੱਤੇ ਏਅਰਪੋਰਟਸ ਦੇ ਉੱਤੇ ਅਤੇ ਜਿਹੜੇ ਜ਼ਮੀਨੀ ਬਾਰਡਰ ਆ ਉਹਨਾਂ ਦੇ ਉੱਤੇ ਜਿਹੜੀ ਤੰਗੀ ਵੱਧ ਜਾਣੀ ਆ। ਅਮਰੀਕਾ ਤੋਂ ਆਉਣ ਵਾਲੇ ਲੋਕਾਂ ਦੀਆਂ ਲੰਮੀਆਂ ਲਾਈਨਾਂ ਜਿਹੜੀਆਂ ਆ ਉਹ ਲੱਗ ਸਕਦੀਆਂ ਆ, ਕਿਉਂਕਿ ਫਿਰ ਕੰਮ ਕਰਨ ਵਾਲੇ ਬੰਦੇ ਥੋੜ੍ਹੇ ਹੋਣਗੇ। ਹਜੇ ਵੀ 6 ਅਗਸਤ ਤੱਕ ਕੈਨੇਡਾ ਸਰਕਾਰ ਦੇ ਕੋਲ ਸਮਾਂ ਹੈਗਾ ਆ। ਜੇ ਇਹਨਾਂ ਕਰਮਚਾਰੀਆਂ ਦੀ ਯੂਨੀਅਨ ਦੇ ਨਾਲ ਗੱਲਬਾਤ ਕਰਕੇ ਸਰਕਾਰ ਕਿਸੇ ਮਸਲੇ ਦੇ ਹੱਲ 'ਤੇ ਪਹੁੰਚ ਜਾਂਦੀ ਆ ਤਾਂ ਇਹ ਹੜਤਾਲ ਜਿਹੜੀ ਆ ਜ਼ਰੂਰੀ ਨਹੀਂ ਵੀ ਹੋਵੇ ਹੀ, ਪਰ ਹਾਲ ਦੀ ਘੜੀ ਜਿਹੜਾ ਇਸ ਤਰ੍ਹਾਂ ਲੱਗਦਾ ਕਿ ਸਰਕਾਰ ਵੀ ਜ਼ਿੱਦ ਹੈਗੀ ਆ ਇਹਨਾਂ ਮੰਗਾਂ ਨੂੰ ਮੰਨਣ ਦੇ ਵਾਸਤੇ। ਹੜਤਾਲ ਜਿਹੜੀ ਆ ਹੋ ਸਕਦੀ ਆ, ਜਿਹਦੇ ਨਾਲ ਬਾਰਡਰਸ ਦੀ ਰੀਓਪਨਿੰਗ ਦੇ ਉੱਤੇ ਮਾੜਾ ਅਸਰ ਪੈ ਸਕਦਾ ਜੀ। ਗਰਮੀ ਜੂਨ ਮਹੀਨੇ ਬਹੁਤ ਪਈ ਸੀਗੀ BC ਅਤੇ ਅਲਬਰਟਾ ਦੇ ਵਿੱਚ। BC ਵਿੱਚ ਤਾਂ 800 ਤੋਂ ਉੱਪਰ ਜਿਹੜੀਆਂ ਮੌਤਾਂ ਹੋ ਗਈਆਂ ਸੀਗੀਆਂ 4 ਕੁ ਦਿਨਾਂ ਦੇ ਵਿੱਚ ਹੀ। ਬਹੁਤ ਸਾਰੇ ਜਿਹੜੇ ਬਜ਼ੁਰਗ ਸੀਗੇ, ਜਿਹੜੇ ਲੋਕ ਕਈ ਬਿਮਾਰੀਆਂ ਦੇ ਰੋਗੀ ਸੀ, ਇਕੱਲੇ ਰਹਿ ਰਹੇ ਸੀਗੇ, ਉਹਨਾਂ ਨੇ ਗਰਮੀ ਦੀ ਤਾਪ ਨਾ ਝੱਲਦਿਆਂ ਜਿਹੜਾ ਦਮ ਤੋੜ ਦਿੱਤਾ ਸੀਗਾ। ਹੁਣ ਇੱਕ ਵਾਰ ਫਿਰ ਜਿਹੜੀ ਹੈ BC ਅਤੇ ਅਲਬਰਟਾ ਦੇ ਵਿੱਚ ਹੀਟ ਵੇਵ ਆਉਣ ਦੀਆਂ ਗੱਲਾਂ ਜਿਹੜੀਆਂ ਆ ਮੌਸਮ ਵਿਗਿਆਨੀਆਂ ਵੱਲੋਂ ਕੀਤੀਆਂ ਜਾ ਰਹੀਆਂ ਆ। ਅਗਲੇ ਹਫ਼ਤੇ ਤੋਂ ਪਹਿਲਾਂ ਹੀ ਜਿਹੜੇ ਅਗਲੇ ਹੁਣ ਦਿਨ ਆਉਣੇ ਆ, ਅੱਜ ਮੰਗਲਵਾਰ ਆ, ਸੋ ਵੀਰਵਾਰ, ਸ਼ੁੱਕਰਵਾਰ, ਸ਼ਨੀਚਰਵਾਰ 3 ਦਿਨ ਜ਼ਿਆਦਾ ਗਰਮ ਹੋਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਆ। ਅੱਜ ਵੀ ਸਰੀ ਦੇ ਵਿੱਚ ਟੈਂਪਰੇਚਰ ਜਿਹੜਾ ਆ ਉਹ ਇਸ ਵੇਲੇ ਤਕਰੀਬਨ ਦੁਪਹਿਰ ਨੂੰ 28 ਡਿਗਰੀ ਦੇ ਕਰੀਬ ਜਿਹੜਾ ਚੱਲ ਰਿਹਾ ਆ। ਸੋ ਅਗਲੇ ਹਫ਼ਤੇ ਦੇ ਵਿੱਚ ਇੱਕ ਟੈਂਪਰੇਚਰ ਜਿਹੜਾ 30 ਤੋਂ ਉੱਪਰ ਚਲੇ ਜਾਣਾ। ਪਿਛਲੀ ਵਾਰੀ ਤਾਂ ਇਹ ਟੈਂਪਰੇਚਰ 40 ਤੋਂ ਵੀ ਟੱਪ ਗਿਆ ਸੀਗਾ। 19 ਤਾਂ ਗਰਮੀ ਨਹੀਂ ਹੋਣੀ, ਪਰ ਫਿਰ ਵੀ ਕਹਿੰਦੇ ਵੀ ਕਾਫੀ ਗਰਮੀ ਜਿਹੜੀ ਆ 30 ਦੀ ਰੇਂਜ ਦੇ ਵਿੱਚ ਹੋਊਗੀ, ਜਿਹਦੇ ਵਾਸਤੇ ਕੈਨੇਡੀਅਨ ਜਿਹੜੇ ਆ ਵੈਸੇ ਉਹ ਔਖੇ ਆ, ਜਿੱਦਾਂ ਕਿ ਇਹਨਾਂ ਕੋਲੋਂ ਔਖੀ ਹੋ ਜਾਂਦੀ ਇੰਨੀ ਗਰਮੀ ਵੀ ਸਾਂਭਣੀ।
ਸੋ ਜਿਹੜੀ ਜ਼ਿਆਦਾ ਗਰਮੀ ਉਹ ਫਰੇਜ਼ਰ ਵੈਲੀ ਇਲਾਕੇ ਵਿੱਚ ਪੈਣ ਦੀ ਗੱਲ ਕੀਤੀ ਜਾ ਰਹੀ ਹੈ, ਜਿਵੇਂ ਕਿ ਐਬਸਫੋਰਡ, ਚਿਲਾਵਿਕ ਸ਼ਹਿਰ ਜਿਹੜੇ ਆ, ਤੇ ਸੀ ਟੂ ਸਕਾਈ ਰੀਜਨ ਜਿਹਦੇ ਵਿੱਚ ਸਕੋਮਿਸ਼, ਵਿਸਲਰ ਵਗੈਰਾ ਸੈਲਾਨੀ ਸਥਾਨ ਜਿਹੜੇ ਉਹ ਆ ਜਾਂਦੇ ਆ। ਇਨਲੈਂਡ ਵੈਨਕੂਵਰ ਆਇਲੈਂਡ, ਜਿਹੜੇ ਵੈਨਕੂਵਰ ਆਇਲੈਂਡ ਦੇ ਵਿਚਾਲੇ ਜਿਹੜੇ ਸ਼ਹਿਰ ਹੈਗੇ ਆ, ਪਿੰਡ ਹੈਗੇ ਆ, ਉੱਥੇ ਜ਼ਿਆਦਾ ਗਰਮੀ ਪੈਣ ਦੀ ਗੱਲ ਜਿਹੜੀ ਆ ਉਹ ਕਹੀ ਜਾ ਰਹੀ ਆ। ਅਲਬਰਟਾ ਦੇ ਵਿੱਚ ਵੀ ਇਸੇ ਤਰ੍ਹਾਂ ਗਰਮੀ ਦੀ ਜਿਹੜੀ ਗੱਲ ਕੀਤੀ ਜਾ ਰਹੀ ਆ। ਸੋ ਦੁਨੀਆ ਜਿਹੜੀ ਕੋਈ ਮੰਨੇ ਚਾਹੇ ਨਾ ਮੰਨੇ, ਆਪਾਂ ਇਹ ਸਾਹਮਣੇ ਆ ਰਿਹਾ ਕਿ ਜਿਹੜੀ ਗਲੋਬਲ ਵਾਰਮਿੰਗ ਆ ਸੱਚ ਸਾਬਤ ਹੋ ਰਹੀ ਆ। ਅੰਟਾਰੀਓ ਦੇ ਵਿੱਚ, ਟੋਰਾਂਟੋ ਦੇ ਵਿੱਚ ਮੀਂਹ ਨਹੀਂ ਹਟ ਰਹੇ। ਕਮਾਲ ਦੀ ਗੱਲ ਹੈ ਕਿ ਉਲਟਾ ਹੁੰਦਾ ਸੀਗਾ ਕਿ BC ਦੇ ਵਿੱਚ ਮੀਂਹ ਨਹੀਂ ਸੀ ਹਟਦੇ ਹੁੰਦੇ, ਅੰਟਾਰੀਓ ਵੱਲ ਸੋਕਾ ਪਿਆ ਹੁੰਦਾ ਸੀਗਾ। ਅਤੇ ਐਤਕੀ ਅੰਟਾਰੀਓ ਦੇ ਵਿੱਚ ਮੀਂਹ ਇੰਨੇ ਪੈ ਰਹੇ ਆ ਕਿ ਉੱਥੇ ਰੋਜ਼ੇ ਬੱਦਲ ਘੁੰਮ ਕਰਕੇ ਕਿਸੇ ਪਾਸਿਓਂ ਆ ਜਾਂਦਾ, ਅਤੇ BC ਵਿੱਚ 1.5 ਮਹੀਨੇ ਦੇ ਕਰੀਬ ਹੋ ਗਿਆ ਮੀਂਹ ਪਏ ਨੂੰ। ਘਾਹ ਜਿਹੜੇ ਆ ਉਹ ਸੁਨਹਿਰੀ ਰੰਗ ਦੇ ਹੋ ਚੁੱਕੇ ਆ, ਅਤੇ ਜਿਹੜੇ ਜੀਵ ਜੰਤੂ ਆ ਉਹਨਾਂ ਦਾ ਵੀ ਔਖਾ ਹੋਇਆ ਪਿਆ। ਸੋ ਦੁਨੀਆ ਜਿਹੜੀ ਆ ਬੜੀ ਤੇਜ਼ੀ ਦੇ ਨਾਲ ਬਦਲ ਰਹੀ ਆ। ਅਤੇ ਹੁਣ ਵੈਨਕੂਵਰ ਦੀ ਜਿਹੜੀ ਸਿਟੀ ਕੌਂਸਲ ਆ ਉਹਦੇ ਮੂਹਰੇ ਇੱਕ ਨਵਾਂ ਮਤਾ ਲਿਆਂਦਾ ਜਾ ਰਿਹਾ ਕਿ ਸਿਟੀ ਪਲੈਨਿੰਗ ਕਮਿਸ਼ਨਰ ਨੇ ਉਹ ਕਹਿੰਦੇ ਵੀ ਜਿਵੇਂ ਅੰਟਾਰੀਓ ਦੇ ਵਿੱਚ, ਖਾਸ ਕਰਕੇ ਟੋਰਾਂਟੋ ਇਲਾਕੇ 'ਚ, ਨਿਊਯਾਰਕ ਦੇ ਵਿੱਚ ਘਰਾਂ ਦੇ ਵਿੱਚ AC ਜਿਹੜੇ ਆ ਉਹ ਲਾਏ ਜਾਂਦੇ ਆ, ਇਸ ਤਰ੍ਹਾਂ ਵੈਨਕੂਵਰ ਦੇ ਵਿੱਚ ਵੀ ਹੁਣ ਇਹ ਲਾਜ਼ਮੀ ਕੀਤੇ ਜਾਣ ਕਿ ਜਿਹੜੀ ਨਵੀਂ ਉਸਾਰੀ ਹੋਣੀ ਆ ਉਹਦੇ ਵਿੱਚ ਪ੍ਰਬੰਧ ਪਹਿਲਾਂ ਹੀ ਕੀਤਾ ਹੋਵੇ ਕਿ AC ਜਿਹੜਾ ਆ ਉੱਥੇ ਲੱਗਣਾ ਹੈ, ਕਿਉਂਕਿ ਗਾਂਹ ਜਿਸ ਹਿਸਾਬ ਦੇ ਨਾਲ ਗਰਮੀ ਵਧਣੀ ਆ, AC ਇੱਕ ਨਸੈਸਿਟੀ ਬਣ ਜਾਣੀ ਆ, ਜ਼ਰੂਰੀ ਜਿਹੜੀ ਕਿ ਲੋੜੀਂਦੀ ਚੀਜ਼ ਬਣ ਜਾਣੀ ਆ। ਇਹ ਤੋਂ ਬਿਨਾਂ ਲੋਕਾਂ ਦਾ ਗੁਜ਼ਾਰਾ ਨਹੀਂ ਹੋਣਾ। ਸੋ ਇਹ ਵੈਨਕੂਵਰ ਦੇ ਵਿੱਚ ਜਿਹੜੀ ਨਵੀਂ ਉਸਾਰੀ ਹੋਣੀ ਆ ਉਹਨਾਂ ਦੇ ਵਾਸਤੇ ਵੀ, ਅਤੇ ਪੁਰਾਣਿਆਂ ਦੇ ਵਿੱਚ ਕਿਵੇਂ AC ਲੱਗ ਸਕਦੇ ਆ, ਇਹ ਗੱਲਾਂ ਹੋ ਰਹੀਆਂ। ਸੋ ਤੁਸੀਂ ਹੈਰਾਨ ਹੋਵੋਗੇ ਕਿ ਜਦੋਂ 96-7 ਦੇ ਵਿੱਚ ਮੈਂ ਇੱਥੇ ਆਇਆ ਤਾਂ ਆਮ ਘਰਾਂ ਦੇ ਵਿੱਚ ਪੱਖੇ ਵੀ ਨਹੀਂ ਸੀ ਹੁੰਦੇ। ਪੱਖੇ ਤਾਂ ਇੱਕ ਪਾਸੇ ਪੱਖੇ ਵਾਲਾ ਪਲੱਗ ਵੀ ਨਹੀਂ ਸੀ ਹੁੰਦਾ। ਘਰ ਦੇ ਲਿਵਿੰਗ ਰੂਮ ਦੇ ਵਿਚਾਲੇ ਜਿਹੜਾ ਆ ਉਹ ਕਈ ਵਾਰੀ ਸਜਾਵਟ ਦੇ ਵਾਸਤੇ ਪੱਖਾ ਲੱਗਾ ਹੁੰਦਾ ਸੀ, ਜਿਹੜਾ ਹਵਾ ਨਹੀਂ ਸੀ ਦਿੰਦਾ ਹੁੰਦਾ, ਲਾਈਟ ਇਹ ਹੁੰਦੀ ਸੀਗੀ। ਰੂਮਾਂ ਦੇ ਵਿੱਚ ਤਾਂ ਬਿਲਕੁਲ ਹੀ ਪੱਖੇ ਨਹੀਂ ਸੀ ਹੁੰਦੇ। ਹੌਲੀ ਹੌਲੀ ਗਰਮੀ ਵੱਧਦੀ ਇੱਥੇ ਤੱਕ ਗੱਲ ਪਹੁੰਚ ਗਈ ਆ ਕਿ ਹੁਣ ਪੱਕੇ AC ਲਾਉਣ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਆ। ਇਸੇ ਦੌਰਾਨ ਇੱਕ ਜਿਹੜੀ ਬੇਨਤੀ ਨਿੱਜੀ ਤੌਰ ਦੇ ਉੱਤੇ ਜਿਹੜੇ BC ਨਿਵਾਸੀ ਆ ਸਪੈਸ਼ਲੀ, ਜਾਂ ਅਲਬਰਟਾ ਨਿਵਾਸੀ, ਉਹਨਾਂ ਨੂੰ ਜ਼ਰੂਰ ਕਰਨਾ ਚਾਹੁੰਦਾ ਜਿੱਥੇ ਮੀਂਹ ਜਿਹੜੇ ਆ ਉਹ ਪਏ ਨਹੀਂ ਹੈਗੇ। ਹੁਣ ਜਿਵੇਂ ਕਿ ਦੱਸਿਆ ਕਿ ਲੋਅਰ ਮੇਨਲੈਂਡ ਗ੍ਰੇਟਰ ਵੈਨਕੂਵਰ ਇਲਾਕੇ ਦੇ ਵਿੱਚ ਮੀਂਹ ਪਏ ਨੂੰ 1.5 ਮਹੀਨਾ ਹੋ ਗਿਆ। ਬਹੁਤ ਸਾਰੇ ਜਾਨਵਰ ਜਿਹੜੇ ਸਾਡੇ ਘਰਾਂ ਦੇ ਆਲੇ ਦੁਆਲੇ ਵੱਸਦੇ ਆ, ਚਾਹੇ ਉਹ ਪੰਛੀ ਆ ਜਾਂ ਫਿਰ ਜਿਹੜੀਆਂ ਘਰਾਂ ਦੇ ਆਲੇ ਦੁਆਲੇ ਝਿੜੀਆਂ ਹੈਗੀਆਂ ਰੁੱਖਾਂ ਦੀਆਂ, ਜਾਂ ਪਾਰਕਸ ਦੇ ਵਿੱਚ ਰੁੱਖ ਜਿਹੜੇ ਲੱਗੇ ਉਹਨਾਂ ਵਿੱਚ ਬਹੁਤ ਸਾਰੇ ਜਾਨਵਰ ਵੱਸਦੇ ਆ, ਜਿਨ੍ਹਾਂ ਦੇ ਵਿੱਚ ਕਿ ਕਾਟੋਆਂ, ਗਲੈਰੀਆਂ ਜਿਹਨਾਂ ਨੂੰ ਕਹਿ ਦਿੰਦੇ ਆ, ਇਹਦੇ ਨਾਲ ਦੀ ਨਾਲ ਸਕੰਕ, ਰੈਕੂਨ, ਇਹੋ ਜਿਹੇ ਜਾਨਵਰ ਜਿਹੜੇ ਅਕਸਰ ਰਾਤ ਨੂੰ ਨਿਕਲਦੇ ਆ। ਸੋ ਕੁਦਰਤੀ ਮੀਂਹ ਪੈਂਦਾ ਹੋਣ ਕਰਕੇ ਨਿੱਕੀਆਂ ਨਿੱਕੀਆਂ ਛੱਪੜੀਆਂ ਜਿਹੜੀਆਂ ਉਹ ਝਿੜੀਆਂ ਦੇ ਵਿੱਚ ਬਣ ਜਾਂਦੀਆਂ ਸੀਗੀਆਂ, ਜਿੱਥੋਂ ਇਹਨਾਂ ਦੀ ਪਾਣੀ ਦੀ ਲੋੜ ਪੂਰੀ ਹੁੰਦੀ ਰਹਿੰਦੀ ਸੀਗੀ। ਹੁਣ 1.5 ਮਹੀਨਾ ਜਿਹੜਾ ਆ ਉਹ ਹੋ ਗਿਆ ਕਰਕੇ ਇਹ ਜਾਨਵਰ ਪਾਣੀ ਦੀ ਭਾਲ ਦੇ ਵਿੱਚ ਇੱਧਰ ਉੱਧਰ ਘੁੰਮਦੇ ਆ। ਸੋ ਚੰਗੀ ਗੱਲ ਹੋ ਗਈ ਕਿ ਜੇ ਆਪਾਂ ਆਪਣੇ ਘਰ ਦੇ ਬਾਹਰ, ਈਵਨ ਫੈਂਸ ਤੋਂ ਬਾਹਰ ਜਿਹੜਾ ਪਾਣੀ ਭਰ ਕੇ ਰੱਖੀਏ ਥੋੜ੍ਹਾ ਜਿਹਾ, ਚਾਹੇ ਕਿਸੇ ਬਾਲਟੀ ਦੇ ਵਿੱਚ, ਚਾਹੇ ਕਿਸੇ ਭਾਂਡੇ ਦੇ ਵਿੱਚ, ਖੁੱਲ੍ਹਾ ਪਾਣੀ ਜਿਹੜਾ ਆ ਉਹ ਪਾ ਕੇ ਰੱਖਣਾ ਬੜਾ ਲਾਹੇਵੰਦ ਹੋ ਸਕਦਾ। ਇਹ ਜਾਨਵਰ ਜਿਹੜੇ ਰਾਤ ਨੂੰ ਨਿਕਲਦੇ ਆ, ਜਿਹੜੇ ਸਾਡੇ ਘਰ ਦੇ ਆਲੇ ਦੁਆਲੇ ਰਹਿੰਦੇ ਆ, ਸੋ ਉਹਨਾਂ ਦੀ ਪਾਣੀ ਦੀ ਲੋੜ ਜਿਹੜੀ ਆ ਉਹ ਪੂਰੀ ਹੋ ਸਕਦੀ ਆ। ਅਤੇ ਇਹ ਗੱਲ ਜਿਹੜੀ ਆ ਤੁਸੀਂ ਕਰਕੇ ਦੇਖਿਓ, ਜਦੋਂ ਤੁਸੀਂ ਪਾਣੀ ਰੱਖੋਗੇ ਦੂਏ ਦਿਨ ਤੁਸੀਂ ਦੇਖੋਗੇ ਪਾਣੀ ਕਿਸੇ ਨੇ ਪੀਤਾ ਆ, ਅਤੇ ਜਿਹੜੀ ਉਹ ਤਸੱਲੀ ਤੁਹਾਡੇ ਮਨ ਨੂੰ ਹੋਣੀ ਆ ਉਹ ਸ਼ਾਇਦ ਕਿਸੇ ਵੀ ਹੋਰ ਚੀਜ਼ ਦੇ ਨਾਲ ਨਾ ਹੋ ਸਕੇ। ਉਹ ਸ਼ੁਕਰਾਨਾ ਜਿਹੜਾ ਤੁਹਾਨੂੰ ਮਹਿਸੂਸ ਹੋਊਗਾ। ਸੋ ਇਹ ਗੱਲ ਜਿਹੜੀ ਜ਼ਰੂਰ ਕਰਨ ਵਾਲੀ ਆ ਕਿ ਪਾਣੀ ਜਿਹੜਾ ਆ ਘਰਾਂ ਦੇ ਬਾਹਰ ਪੰਛੀਆਂ ਅਤੇ ਜਾਨਵਰਾਂ ਦੇ ਵਾਸਤੇ ਰੱਖਿਆ ਜਾਵੇ। ਗੱਲ ਸਰੀ ਦੀ ਕਰੀਏ ਤਾਂ ਸਰੀ ਦੇ ਵਿੱਚ ਮੈਂ ਜਿਵੇਂ ਅੱਗੇ ਵੀ ਕਹਿੰਦਾ ਐਕਸ਼ਨ ਸਿਟੀ ਆ, ਕੁਛ ਨਾ ਕੁਛ ਇੱਥੇ ਹੁੰਦਾ ਰਹਿੰਦਾ ਆ। ਹੁਣ ਗੱਲ ਜਿਹੜੀ ਆ ਇਹ ਚੱਲ ਰਹੀ ਹੈ ਕਿ ਸਰੀ ਦੇ ਵਿੱਚ ਘਰਾਂ ਦੀ ਗੈਰ ਕਾਨੂੰਨੀ ਉਸਾਰੀ ਬਹੁਤ ਹੋਈ ਆ। ਇਹ ਗੱਲ ਕੋਈ ਝੂਠ ਨਹੀਂ ਹੈਗੀ ਕਿ ਚਾਹੇ ਨਵੇਂ ਘਰ ਬਣਦੇ ਆ ਅਤੇ ਚਾਹੇ ਪੁਰਾਣੇ, ਉਹਨਾਂ ਨੂੰ ਵਧਾ ਲਿਆ ਜਾਂਦਾ। ਬਿਨਾਂ ਸਿਟੀ ਦੀ ਮਨਜ਼ੂਰੀ ਤੋਂ ਇਹ ਕੰਮ ਜਿਹੜਾ ਅਕਸਰ ਕਰ ਲਿਆ ਜਾਂਦਾ। ਨਵਾਂ ਘਰ ਜਦੋਂ ਪਾਸ ਹੁੰਦਾ, ਫਾਈਨਲ ਹੋ ਜਾਂਦੀ ਰੀਡਿੰਗ, ਉਸ ਤੋਂ ਬਾਅਦ ਨਾਲ ਹੀ ਜਿਹੜਾ ਆ ਉਹ ਘਰ ਵਧਾਉਣ ਦੀ ਕਾਰਵਾਈ ਜਿਹੜੀ ਸ਼ੁਰੂ ਹੋ ਜਾਂਦੀ ਆ। ਬਹੁਤ ਹਾਲਾਤ ਦੇ ਵਿੱਚ ਸਿਟੀ ਇੰਸਪੈਕਟਰਸ ਨੂੰ ਵੀ ਪਤਾ ਹੁੰਦਾ ਵੀ ਇੱਥੋਂ ਘਰ ਜਿਹੜਾ ਆ ਵਧਣਾ ਆ, ਪਰ ਕਿਉਂਕਿ ਸਿਟੀ ਜਿਹੜੀ ਕੋਈ ਐਕਸ਼ਨ ਨਹੀਂ ਲੈਂਦੀ, ਇਸ ਕਰਕੇ ਉਹ ਵੀ ਬਹੁਤੀ ਗੱਲ ਜਿਹੜੀ ਆ ਗੌਲਦੇ ਨਹੀਂ। ਜੇ ਗੁਆਂਢੀ ਸਿਟੀ ਡੈਲਟਾ ਦੀ ਗੱਲ ਕਰੀਏ ਤਾਂ ਉੱਥੇ ਸਖਤਾਈ ਬਹੁਤ ਆ। ਤੁਹਾਡੇ ਘਰ ਦੇ ਬਾਹਰ ਮਾੜੀ ਜਿਹੀ ਵਾਧੂ ਲੱਕੜਾਂ ਆਈਆਂ ਨਹੀਂ ਤਾਂ ਗੁਆਂਢੀ ਨੇ ਸ਼ਿਕਾਇਤ ਕੀਤੀ ਨਹੀਂ ਵੀ ਇਹ ਕੁਛ ਇਲੀਗਲ ਕੰਸਟਰਕਸ਼ਨ ਕਰਨ ਲੱਗਾ ਆ, ਪਹਿਲਾਂ ਆ ਕੇ ਪਤਾ ਕਰੋ ਵੀ ਇਹ ਕੋਈ ਪਰਮਿਟ ਹੈਗਾ। ਸਰੀ ਦੇ ਵਿੱਚ ਅਜਿਹੀ ਖੁੱਲ੍ਹ ਖੇਲ ਹੈ। ਕਰੋਨਾ ਦੇ ਵਿੱਚ ਲੋਕਾਂ ਨੇ ਪੂਰੇ ਘਰ ਦੇ ਘਰ ਜਿਹੜੇ ਆ ਪਿੱਛੇ ਕਈਆਂ ਨੇ ਛੱਤ ਲਏ। ਸੋ ਬਹੁਤ ਵੱਡੀ ਕੰਸਟਰਕਸ਼ਨ ਹੋਈ ਆ। ਹੁਣ ਇਸ ਮਾਮਲੇ ਵਿੱਚ ਕੌਂਸਲਰ ਜਿਹੜੇ ਜੈਕ ਹੁੰਦਲ ਆ ਉਹ ਇੱਕ ਮਤਾ ਲਿਆਉਣ ਲੱਗੇ ਆ। ਉਹ ਕਹਿੰਦੇ ਵੀ ਉਹਦਾ ਨੋਟਿਸ ਆਫ ਮੋਸ਼ਨ ਉਹਨਾਂ ਨੇ ਸੋਮਵਾਰ ਵਾਲੀ ਮੀਟਿੰਗ ਵਿੱਚ ਲਿਆਂਦਾ ਆ, ਅਤੇ ਸਤੰਬਰ ਦੇ ਵਿੱਚ ਜਦੋਂ ਕੌਂਸਲ ਹੁਣ ਛੁੱਟੀਆਂ ਤੋਂ ਵਾਪਸ ਆਉਣੀ ਆ ਤਾਂ ਇਹ ਮਤਾ ਜਿਹੜਾ ਪੇਸ਼ ਕੀਤਾ ਜਾਣਾ, ਜਿਹਦੇ ਵਿੱਚ ਉਹ ਕਹਿ ਰਹੇ ਆ ਕਿ ਜਿਹੜੀ ਸਰੀ ਦੇ ਵਿੱਚ ਘਰਾਂ ਦੀ ਗੈਰ ਕਾਨੂੰਨੀ ਉਸਾਰੀ ਹੋਈ ਆ, ਨਵਿਆਂ ਪੁਰਾਣਿਆਂ 'ਚ ਵਾਧਾ ਕੀਤਾ ਗਿਆ, ਘਰ ਐਕਸਟੈਂਡ ਕੀਤੇ ਗਏ ਆ, ਇਹਨਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ। ਬਾਈ ਲਾ ਨੂੰ ਇਹਦੇ ਉੱਤੇ ਕੰਮ ਕਰਨਾ ਚਾਹੀਦਾ, ਕਿਉਂਕਿ ਇਹ ਲੋਕਾਂ ਦੀ ਜ਼ਿੰਦਗੀ ਦੇ ਨਾਲ ਸਿੱਧਾ ਖਿਲਵਾੜ ਆ, ਰਿਸਕ ਆ।
ਇਹ ਜਿਹੜੇ ਘਰ ਬਣਾਏ ਗਏ ਆ ਬਿਨਾਂ ਕਿਸੇ ਇੰਸਪੈਕਸ਼ਨ ਤੋਂ, ਬਿਨਾਂ ਕਿਸੇ ਇੰਜੀਨੀਅਰਿੰਗ ਤੋਂ ਇਹ ਬਣਾਏ ਗਏ ਆ। ਇਹ ਕੱਲ੍ਹ ਨੂੰ ਕਿਸੇ ਸੱਟ ਫੇਟ ਲਵਾ ਸਕਦੇ ਆ। ਜੇ ਕੱਲ੍ਹ ਨੂੰ ਕੋਈ ਭੁਚਾਲ ਵਗੈਰਾ ਆਉਂਦਾ ਜਾਂ ਕੋਈ ਹੋਰ ਕੁਦਰਤੀ ਕਰੋਪੀ ਆਉਂਦੀ ਆ ਤਾਂ ਇਹਦਾ ਨੁਕਸਾਨ ਹੋ ਸਕਦਾ ਆ। ਈਵਨ ਇੱਥੋਂ ਤੱਕ ਕਿ ਇੰਸ਼ੋਰੈਂਸ ਵਾਲੇ ਵੀ ਕਈ ਵਾਰੀ ਕਵਰ ਨਹੀਂ ਕਰਦੇ, ਕਿਉਂਕਿ ਜਿਹੜੇ ਪਲਾਨ ਦੀ ਤੁਸੀਂ ਇੰਸ਼ੋਰੈਂਸ ਕਰਾਈ ਹੁੰਦੀ ਆ ਦੇ ਕੇ, ਉਦੋਂ ਬਾਅਦ ਜੇ ਤੁਸੀਂ ਕੁਛ ਛੱਤਿਆ ਹੈਗਾ ਉਹਦੀ ਇੰਸ਼ੋਰੈਂਸ ਨਹੀਂ ਕਵਰ ਕਰਦੇ ਨਾਲ, ਤਾਂ ਫਿਰ ਕਈ ਵਾਰੀ ਫਿਰ ਜਦੋਂ ਕਲੇਮ ਲੈਣਾ ਹੁੰਦਾ ਪ੍ਰੋਬਲਮ ਆਉਂਦੀ ਆ। ਸੋ ਘਰ ਮਹਿੰਗੇ ਬਹੁਤ ਹੋ ਗਏ। ਸੋ ਕਈ ਲੋਕ ਜਿਹੜੇ ਸੀਗੇ ਉਹ ਘਰ ਨਵਾਂ ਲੈਣਾ ਚਾਹੁੰਦੇ ਸੀਗੇ, ਅਫੋਰਡ ਨਹੀਂ ਕਰ ਸਕਦੇ। ਸੋ ਉਹਨਾਂ ਨੇ ਇਹ ਚੂਜ਼ ਕੀਤਾ ਕਿ ਰੈਨੋਵੇਸ਼ਨ ਜਿਹੜੀ ਆ ਕੀਤੀ ਜਾਵੇ। ਦੁਨੀਆ ਭਰ ਦੇ ਵਿੱਚ ਰੈਨੋਵੇਸ਼ਨ ਦਾ ਬੜਾ ਅੱਜ ਕੱਲ੍ਹ ਬਾਜ਼ਾਰ ਗਰਮ ਹੈਗਾ ਆ। TV ਦੇ ਉੱਤੇ ਸ਼ੋਅ ਦੇਖ ਲਓ ਕਿੰਨੇ ਰੈਨੋਵੇਸ਼ਨ ਦੇ ਨਾਲ ਸੰਬੰਧਿਤ ਹੀ ਚੱਲ ਰਹੇ ਆ। ਜਦੋਂ ਰੈਨੋਵੇਸ਼ਨ ਸਰੀ ਵਿੱਚ ਹੁੰਦੀ ਸੀਗੀ ਤਾਂ ਨਾਲ ਹੀ ਬੰਦਿਆਂ ਨੇ ਕਿਹਾ ਚਲੋ ਹੁਣ ਰੈਨੋਵੇਸ਼ਨ ਦਾ ਕਰਨ ਲੱਗੇ ਹੀ ਆ, ਥੋੜ੍ਹਾ ਜਿਹਾ ਘਰ ਵੀ ਵਧਾ ਲਓ। ਸੋ ਜੇ ਹੁਣ ਇਹ ਸਖਤੀ ਕੀਤੀ ਜਾਂਦੀ ਆ, 8 ਤੋਂ 10 ਸਾਲ ਪਹਿਲਾਂ ਵੀ ਜਿਹੀ ਸਖਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਕੁਝ ਲੋਕਾਂ ਨੂੰ ਨੋਟਿਸ ਆਏ ਸੀਗੇ, ਅਦਾਲਤ ਦੇ ਵਿੱਚ ਵੀ ਲਿਜਾਇਆ ਗਿਆ ਸੀਗਾ, ਗੱਲ ਕਿਸੇ ਸਿਰੇ ਲੱਗੀ ਨਹੀਂ ਸੀਗੀ। ਸੋ ਜੇ ਸਰੀ ਦੇ ਵਿੱਚ ਅਜਿਹੀ ਕੋਸ਼ਿਸ਼ ਦੁਬਾਰਾ ਕੀਤੀ ਜਾਂਦੀ ਆ ਤੇ ਇਸ ਗੱਲ ਦੇ ਵਿੱਚ ਕੋਈ ਅਤਕਥਨੀ ਨਹੀਂ ਕਿ ਅੱਧੀ ਸਰੀ ਢਾਉਣੀ ਪੈਣੀ ਆ। ਅੱਧੀ ਸਰੀ ਜਿਹੜੀ ਆ ਉਹ ਬਿਨਾਂ ਪਰਮਿਟਾਂ ਤੋਂ, ਬਿਨਾਂ ਕਿਸੇ ਇੰਸਪੈਕਸ਼ਨ ਤੋਂ ਜਿਹੜੀ ਆ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਧਾਈ ਹੋਈ ਆ। ਸ਼ਾਇਦ ਹੀ ਕੋਈ ਘਰ ਬਚਿਆ ਹੋਊਗਾ ਜਿਹਦੇ ਵਿੱਚ ਅਜਿਹੀ ਸਾਰੀ ਜਿਹੜੀ ਪਰਮਿਟ ਤੋਂ ਬਿਨਾਂ ਨਾ ਹੋਈ ਹੋਵੇਗੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਗੈਰ ਕਾਨੂੰਨੀ ਸਾਰੀ ਦਾ ਮਸਲਾ ਸਰੀ ਦੇ ਵਿੱਚ ਮੱਘ ਸਕਦਾ ਜੀ। ਗੱਲ ਕਰਾਂਗੇ ਕਰੋਨਾ ਦੀ, ਤਾਂ ਕਰੋਨਾ ਦੇ ਕਾਰਨ ਜਿੱਥੇ ਆਪਾਂ ਟੋਕੀਓ ਦੇਖ ਰਹੇ ਕਿ ਟੋਕੀਓ ਓਲੰਪਿਕਸ ਦੇ ਵਿੱਚ ਕੇਸ ਜਿਹੜੇ ਆ ਵਧਣ ਲੱਗ ਪਏ ਆ। ਅਮਰੀਕਾ ਦੇ ਵਿੱਚ ਕੇਸ ਜਿਹੜੇ ਲਗਾਤਾਰ ਵੱਧ ਰਹੇ ਆ। ਸਾਊਦੀ ਅਰਬ ਨੇ ਬੜੀ ਸਖਤੀ ਕਰ ਦਿੱਤੀ ਆ। ਸਾਊਦੀ ਅਰਬ ਨੇ ਆਪਣੇ ਨਾਗਰਿਕਾਂ ਨੂੰ ਕਿਹਾ ਕਿ ਤੁਹਾਨੂੰ ਖੁੱਲ੍ਹ ਦਿੱਤੀ ਸੀਗੀ ਕਿ ਤੁਸੀਂ ਘੁੰਮ ਸਕਦੇ ਆ। ਪਹਿਲੀਆਂ ਰੈੱਡ ਲਿਸਟ ਵਿੱਚ ਪਾਏ ਹੋਏ ਕੰਟਰੀਜ਼ ਆ, ਇਹਨਾਂ 'ਚ ਜਾਣ ਤੋਂ ਗੁਰੇਜ਼ ਕਰੋ। ਪਰ ਹੁਣ ਸਾਹਮਣੇ ਇਹ ਆਇਆ ਕਿ ਲੋਕ ਜਿਹੜੇ ਆ ਉਹ ਆ ਜਾ ਰਹੇ ਆ, ਉਹ ਕਹਿੰਦੇ ਅਸੀਂ ਇਹ ਰਿਸਕ ਨਹੀਂ ਲੈ ਸਕਦੇ, ਅਤੇ ਇਸ ਕਰਕੇ ਹੁਣ ਸਖਤੀ ਕਰਨ ਲੱਗੇ ਆ ਕਿ ਜਿਹੜੇ ਇਹ ਮੁਲਕ ਜਿਹਨਾਂ ਨੂੰ ਲਾਲ ਸੂਚੀ ਵਿੱਚ ਪਾਇਆ ਗਿਆ ਆ, ਜਿੱਥੇ ਕੋਈ ਨਹੀਂ ਜਾ ਸਕਦਾ, ਉੱਥੇ ਜੇ ਇਹ ਪਤਾ ਲੱਗ ਜਾਂਦਾ ਕਿ ਸਾਊਦੀ ਅਰਬ ਦਾ ਕੋਈ ਬੰਦਾ ਜਾਂਦਾ ਆ ਤਾਂ ਉਹਨਾਂ ਦੇ ਉੱਤੇ 3 ਸਾਲ ਦੇ ਵਾਸਤੇ ਟਰੈਵਲ ਬੈਨ ਲੱਗ ਸਕਦਾ, ਕਿਤੇ ਵੀ ਨਹੀਂ ਜਾ ਸਕਦੇ। ਜੁਰਮਾਨਾ ਜਿਹੜਾ ਆ ਉਹ ਅੱਡ ਹੋਊਗਾ। ਇਸ ਲਾਲ ਸੂਚੀ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਅਫਗਾਨਿਸਤਾਨ, ਅਰਜਨਟੀਨਾ, ਬ੍ਰਾਜ਼ੀਲ, ਈਜਿਪਟ ਜਿਹਨੂੰ ਮਿਸਰ ਕਹਿ ਦਿੰਦੇ ਆ, ਇਥੋਪੀਆ, ਇੰਡੋਨੇਸ਼ੀਆ, ਲਬਨਾਨ, ਸਾਊਥ ਅਫਰੀਕਾ, ਟਰਕੀ, ਵੀਅਤਨਾਮ ਅਤੇ ਯੂਨਾਈਟਿਡ ਅਰਬ ਐਮੀਰੇਟਸ ਦੇ ਨਾਂ ਜਿਹੜੇ ਆ ਉਹ ਪਾਏ ਗਏ ਆ। ਸੋ ਭਾਰਤ ਤੇ ਪਾਕਿਸਤਾਨ ਵੀ ਇਸ ਸੂਚੀ ਦੇ ਵਿੱਚ ਰੱਖਿਆ ਗਿਆ ਆ ਅਤੇ 3 ਸਾਲ ਦਾ ਜਿਹੜਾ ਲੰਮਾ ਬੈਨ ਲੱਗ ਸਕਦਾ ਜੇ ਲੋਕ ਇੱਥੋਂ ਉੱਥੇ ਘੁੰਮਣ ਜਾਣਗੇ। ਇਸ ਦੇ ਨਾਲ ਹੀ ਆਪਾਂ ਭਾਰਤ ਚੀਨ ਦੀ ਜਿਹੜੀ ਟੈਨਸ਼ਨ ਹਜੇ ਤੱਕ ਕੋਈ ਈਜ਼ ਹੋਈ ਆ, ਗੱਲਬਾਤ ਦਾ ਦੌਰ ਜਾਰੀ ਆ, ਪਰ ਫਿਰ ਵੀ ਮੁੱਕੀ ਨਹੀਂ ਹੈਗੀ। ਇਸ ਸੰਬੰਧੀ ਅਮਰੀਕਾ ਦੇ ਇੱਕ ਪ੍ਰਭਾਵਸ਼ਾਲੀ ਸੰਸਦ ਮੈਂਬਰ ਨੇ ਰਿਪਬਲਿਕਨ ਡੇਵਿਸ ਨੂਨਸ, ਉਹਨਾਂ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ ਕਿ ਚੀਨ ਜਿਹੜਾ ਆ ਲਗਾਤਾਰ ਤੁਹਾਡੇ ਦੇ ਉੱਤੇ ਹਮਲਾਵਰ ਹੋ ਰਿਹਾ ਆ, ਤੁਸੀਂ ਇਸ ਗੱਲ ਨੂੰ ਦੇਖ ਨਹੀਂ ਰਹੇ ਹੈਗੇ। ਉਹ ਹੌਲੀ ਹੌਲੀ ਜਿਹੜਾ ਤੁਹਾਡੀ ਸੰਘੀ ਘੁੱਟ ਰਿਹਾ ਆ। ਸ਼ੀ ਜਿਨਪਿੰਗ ਦਾ ਤਿੱਬਤ ਦੇ ਵਿੱਚ ਦੌਰਾ, ਕਹਿੰਦੇ ਪਿਛਲੇ 30 ਸਾਲਾਂ ਦੇ ਵਿੱਚ ਅਜਿਹਾ ਪਹਿਲਾ ਮੌਕਾ ਆ ਜਦੋਂ ਕੋਈ ਚੀਨੀ ਰਾਸ਼ਟਰਪਤੀ ਭਾਰਤੀ ਸਰਹੱਦ ਦੇ ਇੰਨਾ ਲਾਗੇ ਹੋ ਕੇ ਸਮਾਗਮ ਕਰ ਗਿਆ ਅਤੇ ਤਿੱਬਤ ਦੇ ਵਿੱਚ ਆ ਕੇ ਪ੍ਰੋਗਰਾਮ ਕਰਕੇ ਇਹ ਸੰਕੇਤ ਦੇ ਗਿਆ ਕਿ ਤਿੱਬਤ ਕੋਈ ਆਜ਼ਾਦ ਮੁਲਕ ਨਹੀਂ ਹੈਗਾ, ਤਿੱਬਤ ਜਿਹੜਾ ਚੀਨ ਦਾ ਹਿੱਸਾ ਹੈਗਾ ਆ। ਅਰੁਣਾਚਲ ਪ੍ਰਦੇਸ਼, ਸਿੱਕਮ ਅਤੇ ਲਦਾਖ ਦੇ ਵਿੱਚ ਚੀਨ ਦੇ ਨਾਲ ਜਿਹੜੀਆਂ ਭਾਰਤੀ ਫੌਜਾਂ ਕਹਿ ਲਓ ਵੀ ਲੜਾਈ ਦੇ ਮੂਡ ਦੇ ਵਿੱਚ, ਉੱਥੇ ਪਹਿਲਾਂ ਵੀ ਲੜਾਈ ਗਲਵਾਨਬਾਦੀ 'ਚ ਆਪਾਂ ਨੂੰ ਪਤਾ ਹੋਈ ਸੀਗੀ, ਕਈ ਭਾਰਤੀ ਫੌਜੀਆਂ ਦੀ ਮੌਤ ਹੋਈ ਸੀਗੀ, ਚੀਨੀ ਫੌਜੀ ਵੀ ਕਈ ਮਾਰੇ ਜਾਣ ਦੀ ਗੱਲ ਸਾਹਮਣੇ ਆਈ ਸੀਗੀ। ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਆ ਅਮਰੀਕਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਚੀਨ ਜਿਹੜਾ ਆ ਉਹ ਭਾਰਤ ਦੇ ਜਲ ਪ੍ਰੋਜੈਕਟ ਜਿਹੜੇ ਆ ਉਹਨਾਂ ਨੂੰ ਖਰਾਬ ਕਰਨ ਦੀ ਜਿਹੜੀ ਆ ਸੋਚ ਬਣਾਈ ਬੈਠਾ, ਜਿਹਦੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਵਿੱਚ ਸੋਕੇ ਵਾਲੇ ਹਾਲਾਤ ਜਿਹੜੇ ਆ ਪੈਦਾ ਹੋ ਸਕਦੇ ਆ। ਜਿਹੜੀ ਗੱਲਬਾਤ ਚੱਲ ਰਹੀ ਸੀ ਉਹ ਵੀ ਕਿਸੇ ਸਿਰੇ ਨਹੀਂ ਲੱਗ ਰਹੀ। ਉਹਦੇ ਵਿੱਚ ਵੀ ਦੋਵੇਂ ਤਰ੍ਹਾਂ ਗੱਲ ਮੰਨ ਰਹੀਆਂ ਆ ਕਿ ਭਾਰਤ ਅਤੇ ਚੀਨ ਜਿਹੜੇ ਆ ਇਸ ਵੇਲੇ ਸਭ ਤੋਂ ਲੋਐਸਟ ਪੁਆਇੰਟ ਦੇ ਉੱਤੇ ਆ। ਆਪਸ ਦੇ ਵਿੱਚ ਜਿਹੜਾ ਆ ਤਵਾਰ ਆ ਉਹ ਬਿਲਕੁਲ ਹੀ ਜਿਹੜਾ ਆ ਉਹ ਮੁੱਕ ਚੁੱਕਾ ਆ। ਇਸ ਦੇ ਨਾਲ ਹੀ ਇਹ ਵੀ ਗੱਲ ਸਾਹਮਣੇ ਆਈ ਆ ਕਿ ਬੇਸ਼ੱਕ 2 ਲੱਖ ਦੇ ਕਰੀਬ ਫੌਜੀ ਜਿਹੜੇ ਆਮੋ ਸਾਹਮਣੇ ਬੈਠੇ ਆ ਭਾਰਤ ਚੀਨ ਦੇ, ਫਿਰ ਵੀ ਹੋਰ ਜਿਹੜੀਆਂ ਫੌਜੀ ਜਥੇਬੰਦੀਆਂ ਆ ਜਾਂ ਫੌਜੀ ਜਿਹੜੇ ਟੁਕੜੀਆਂ ਉੱਥੇ ਲਿਆਂਦੀਆਂ ਜਾ ਰਹੀਆਂ ਆ। ਪਾਕਿਸਤਾਨ ਵਾਲੀ ਸਰਹੱਦ ਤੋਂ ਵੀ ਫੌਜੀ ਹਟਾ ਕੇ ਜਿਹੜੇ ਆ ਉਹ ਅਰੁਣਾਚਲ ਪ੍ਰਦੇਸ਼, ਸਿੱਕਮ ਅਤੇ ਤਿੱਬਤ ਵੱਲ ਲਾਏ ਗਏ ਆ। 50,000 ਦੇ ਕਰੀਬ ਐਕਸਟਰਾ ਟਰੂਪਸ ਜਿਹੜੇ ਆ ਫੌਜੀ ਆ ਉਹ ਭੇਜੇ ਗਏ ਆ ਭਾਰਤ ਵੱਲੋਂ ਵੀ ਅਤੇ ਚੀਨ ਵੱਲੋਂ ਵੀ। ਜਿਹੜੇ ਆ ਹਵਾਈ ਜਹਾਜ਼, ਟੈਂਕ ਉੱਥੇ ਤਾਇਨਾਤ ਕੀਤੇ ਗਏ ਆ। ਜਿਹੜੇ ਉੱਥੇ ਰਹਿਣ ਵਾਲੇ ਲੋਕ ਨੇ ਲੋਕਲ, ਉਹ ਵੀ ਦੱਸਦੇ ਆ ਕਿ ਜਦੋਂ 1962 ਦੀ ਭਾਰਤ ਚੀਨ ਜੰਗ ਹੋਈ ਆ ਉਦੋਂ ਵੀ ਇੱਥੇ ਇੰਨਾ ਟੈਂਸ ਮਾਹੌਲ ਨਹੀਂ ਸੀਗਾ। ਉਦੋਂ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਫੌਜੀ ਜਾਂ ਫੌਜੀ ਜਿਹੜੇ ਆ
ਹਥਿਆਰ ਇੱਥੇ ਨਹੀਂ ਮੌਜੂਦ ਸੀ ਜਿੰਨੇ ਹੁਣ ਮੌਜੂਦ ਆ। ਸੋ ਇੱਕ ਖਤਰਾ ਜਿਹੜਾ ਉੱਥੇ ਲਗਾਤਾਰ ਬਣਿਆ ਹੋਇਆ, ਤੇ ਜਦੋਂ ਗਾਂਹ ਸਿਆਲ ਆ ਰਹੇ ਆ ਤੇ ਇਹ ਖਤਰਾ ਜਿਹੜਾ ਹੋਰ ਵੀ ਵੱਧ ਜਾਂਦਾ ਆ, ਜਦੋਂ ਕਿ ਬਹੁਤ ਸਾਰੇ ਫੌਜੀ ਜਿਹੜੇ ਦੋਨੇ ਪਾਸੇ ਠੰਡ ਦੇ ਨਾਲ ਮਰ ਜਾਂਦੇ ਆ। ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇੱਕ ਨਵੀਂ ਕਿਸਮ ਦਾ ਰੁਝਾਨ ਜਿਹੜਾ ਸਾਹਮਣੇ ਆਇਆ, ਖਬਰ ਬਾਹਰ ਆਈ ਆ ਕਿ ਇੱਕ ਠੇਕੇ ਦਾ ਨਾਂ ਰੱਖਿਆ ਗਿਆ ਸਕੌਚ ਲਾਇਬ੍ਰੇਰੀ। ਸੋ ਇਸ ਗੱਲ ਨੂੰ ਲੈ ਕੇ ਬਹੁਤ ਸਾਰੇ ਚਿੰਤਕਾਂ ਨੇ ਫਿਕਰ ਜਤਾਇਆ ਵੀ ਲਾਇਬ੍ਰੇਰੀ ਤਾਂ ਜਿਹੜੀ ਕਿਤਾਬਾਂ ਦੀ ਹੁੰਦੀ ਆ, ਇਹ ਸ਼ਰਾਬ ਦੀ ਲਾਇਬ੍ਰੇਰੀ ਸਿੱਧ ਕਰਕੇ ਨਾਂ ਰੱਖ ਕੇ ਕੀ ਸਾਬਤ ਕਰਨਾ ਚਾਹੁੰਦੇ ਆ। ਪੰਜਾਬ ਜਿਹੜਾ ਪਹਿਲਾਂ ਹੀ ਨਸ਼ਿਆਂ ਦੇ ਨਾਲ, ਸ਼ਰਾਬ ਦੇ ਨਾਲ ਗਲ ਤੱਕ ਡੁੱਬਿਆ ਹੋਇਆ, ਇਹਨੂੰ ਹੋਰ ਡੁੱਬਣ ਦੇ ਵਾਸਤੇ ਇਹੋ ਜਿਹੇ ਭਰਮਾਊ, ਇਹੋ ਜਿਹੇ ਆਕਰਸ਼ਣ ਜਿਹੜੇ ਨਾਂ ਰੱਖੇ ਜਾਂਦੇ ਆ। ਸੋ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਜਿਹੜੇ ਆ ਕਿਤਾਬਾਂ ਦੇ ਠੇਕੇ ਖੋਲ੍ਹਣ ਦੀ ਗੱਲ ਜਿਹੜੀ ਆ ਚੱਲੀ ਸੀਗੀ। ਕੁਝ ਸਾਲਾਂ ਦੇ ਵਿੱਚ ਬਹੁਤੇ ਰੁਝਾਨ ਵਧਿਆ ਸੀਗਾ ਕਿ ਠੇਕਾ ਕਿਤਾਬ ਦੇਸੀ ਜਾਂ ਅੰਗਰੇਜ਼ੀ, ਕਈ ਥਾਈਂ ਇਹ ਠੇਕੇ ਕਿਤਾਬਾਂ ਦੇ ਖੋਲ੍ਹੇ ਗਏ ਸੀਗੇ। ਮਕਸਦ ਬਹੁਤ ਚੰਗਾ ਸੀਗਾ ਇਸ ਗੱਲ ਦਾ, ਭਾਵਨਾ ਬਹੁਤ ਵਧੀਆ ਸੀਗੀ ਕਿ ਠੇਕਾ ਜਿਹੜਾ ਆ ਜੇ ਜਾਣਾ ਹੀ ਆ ਠੇਕੇ 'ਤੇ ਤਾਂ ਕਿਤਾਬ ਦੇ ਠੇਕੇ 'ਤੇ ਜਾਓ, ਕੁਝ ਪੜ੍ਹੋ, ਨਾ ਕਿ ਸ਼ਰਾਬ ਦੇ ਠੇਕੇ 'ਤੇ ਜਾਓ। ਪਰ ਕਈ ਵਾਰੀ ਅਸੀਂ ਜਾਣੇ ਅਣਜਾਣੇ ਜਿਹੇ ਸ਼ਬਦ ਵਰਤਣ ਲੱਗ ਪੈਂਦੇ ਹਾਂ ਕਿ ਮੁੜ ਕੇ ਫਿਰ ਉਹਨਾਂ ਦੇ ਜਿਹੜੇ ਪ੍ਰਤੀਕਰਮ ਹੁੰਦੇ ਉਹਨਾਂ ਨੂੰ ਸਾਂਭਣਾ ਔਖਾ ਹੋ ਜਾਂਦਾ, ਜਾਂ ਸਾਨੂੰ ਅੰਦਾਜ਼ਾ ਨਹੀਂ ਹੁੰਦਾ ਕਿ ਜਿਹੜਾ ਅਸੀਂ ਇਹ ਕੰਮ ਚੰਗਾ ਸਮਝ ਕੇ ਕਰਨ ਲੱਗੇ ਆ, ਇਹਦੇ ਪ੍ਰਤੀਕਰਮ ਦੇ ਵਿੱਚ ਗਾਂਹ ਜਿਹੜੀ ਗੱਲ ਹੋਣੀ ਆ ਉਹ ਕਿਹੋ ਜਿਹੀ ਹੋਣੀ ਆ ਜੀ। ਸੋ ਜਿਵੇਂ ਕਿਤਾਬ ਜਿਹੜੇ ਕੇਂਦਰ ਸੀਗੇ ਉਹਨਾਂ ਦੇ ਨਾਲ ਠੇਕਾ ਲਫ਼ਜ਼ ਵਰਤਣਾ ਸ਼ੁਰੂ ਕੀਤਾ ਗਿਆ ਸੀਗਾ, ਅਤੇ ਹੁਣ ਸ਼ਰਾਬ ਦੇ ਨਾਲ ਲਾਇਬ੍ਰੇਰੀ ਦਾ ਨਾਂ ਜਿਹੜਾ ਆ ਉਹ ਜੋੜ ਦਿੱਤਾ ਗਿਆ। ਇਹ ਸ਼ਬਦ ਜਿਹੜੇ ਬੜੇ ਸੋਚ ਸਮਝ ਕੇ ਵਿਚਾਰ ਕੇ ਜਿਹੜੇ ਵਰਤੇ ਜਾਣੇ ਚਾਹੀਦੇ ਹੁੰਦੇ ਆ। ਹਰੇਕ ਸ਼ਬਦ ਜਿਹੜਾ ਆ ਹਰੇਕ ਜਗ੍ਹਾ ਆ ਉਹ ਨਹੀਂ ਲੱਗ ਸਕਦਾ। ਸੋ ਜਦੋਂ ਇਹ ਨਾਂ ਰੱਖਣੇ ਹੁੰਦੇ ਆ ਜ਼ਰੂਰ ਸੋਚਣਾ ਚਾਹੀਦਾ। ਇਹਦੀ ਉਦਾਹਰਨ ਬਹੁਤ ਵਧੀਆ ਹੈਗੀ ਆ ਕਿ ਹੁਣ ਅਸੀਂ ਅਕਸਰ ਕਹਿ ਦਿੰਦੇ ਹਾਂ ਜੀ ਕਿ ਆਕਸੀਜਨ ਦਾ ਲੰਗਰ ਲੱਗਾ ਹੋਇਆ, ਦਵਾਈਆਂ ਦਾ ਲੰਗਰ ਲੱਗਾ ਹੋਇਆ, ਅਤੇ ਹੁਣ ਬੂਟਿਆਂ ਦਾ ਲੰਗਰ ਲੱਗਾ ਹੋਇਆ। ਸੋ ਲੰਗਰ ਜਿਹੜਾ ਕਿ ਇੱਕ ਸਿੱਖੀ ਦਾ ਸਿਧਾਂਤ ਹੈਗਾ, ਜਿਹੜਾ ਕਿ ਸੰਗਤ ਅਤੇ ਪੰਗਤ ਨਾਲ ਜੋੜਦਾ ਆ, ਉਹਨੂੰ ਹਰੇਕ ਚੀਜ਼ ਦੇ ਨਾਲ ਜਿਹੜਾ ਜੋੜਿਆ ਜਾ ਰਿਹਾ। ਆਹ ਚੀਜ਼ ਦਾ ਲੰਗਰ ਲੱਗਾ, ਆਹ ਚੀਜ਼ ਦਾ ਲੰਗਰ ਲੱਗਾ ਆ। ਸੋ ਸ਼ਬਦ ਜਿਹੜੇ ਹਰੇਕ ਥਾਂ ਜਦੋਂ ਜੋੜੇ ਜਾਂਦੇ ਆ ਉਹਨਾਂ ਦਾ ਵਿਰੋਧ ਹੋਣਾ ਚਾਹੀਦਾ। ਬੇਸ਼ੱਕ ਸੁਣਨ ਨੂੰ ਬੜਾ ਵਧੀਆ ਲੱਗਦਾ ਵੀ ਆਕਸੀਜਨ ਦਾ ਲੰਗਰ ਲੱਗਾ, ਦਵਾਈਆਂ ਦਾ ਲੰਗਰ ਲੱਗਾ ਆ, ਬੂਟਿਆਂ ਦਾ ਲੰਗਰ ਲੱਗਾ ਹੋਇਆ ਆ, ਪਰ ਕੱਲ੍ਹ ਨੂੰ ਜਦੋਂ ਫਿਰ ਕਿਸੇ ਨੇ ਇਹ ਕਹਿਣਾ ਆ ਕਿ ਸ਼ਰਾਬ ਦਾ ਲੰਗਰ ਲੱਗਾ ਹੋਇਆ, ਫਿਰ ਸਾਨੂੰ ਤਕਲੀਫ ਹੋਣੀ ਆ। ਸੋ ਆਪ ਇਹ ਪਹਿਲਾਂ ਜਿਹੜੀ ਇਹ ਗੱਲ ਸ਼ੁਰੂ ਕਰਨ ਵੇਲੇ ਸੋਚਣਾ ਚਾਹੀਦਾ ਕਿ ਜਿਹੜਾ ਲਫ਼ਜ਼ ਜਿੱਥੇ ਹੈਗਾ ਆ ਉਹਨੂੰ ਉੱਥੇ ਹੀ ਉਹਦੀ ਵਰਤੋਂ ਜਿਹੜੀ ਆ ਕਰਨੀ ਚਾਹੀਦੀ ਆ। ਨਹੀਂ ਤਾਂ ਫਿਰ ਉਹੀ ਕੁਛ ਹੁੰਦਾ ਕਿ ਤੁਸੀਂ ਠੇਕੇ ਖੋਲ੍ਹੋ ਕਿਤਾਬਾਂ ਦੇ, ਅਗਲੇ ਫਿਰ ਜਿਹੜੇ ਆ ਉਹ ਸਕੌਚ ਦੀਆਂ ਲਾਇਬ੍ਰੇਰੀਆਂ ਜਿਹੜੀਆਂ ਆ ਉਹ ਖੋਲ੍ਹਣ ਲੱਗ ਪੈਂਦੇ ਆ। ਫਿਰ ਆਪਾਂ ਨੂੰ ਸਾਰਿਆਂ ਨੂੰ ਤਕਲੀਫ ਹੁੰਦੀ ਆ। ਨਿੱਜੀ ਤੌਰ ਦੇ ਉੱਤੇ ਸਕੌਚ ਲਾਇਬ੍ਰੇਰੀ ਰੱਖਣਾ ਮੇਰੇ ਹਿਸਾਬ ਨਾਲ ਗਲਤ ਆ, ਨਾ ਇਹਦਾ ਵਿਰੋਧ ਹੋਣਾ ਚਾਹੀਦਾ ਆ। ਪਰ ਗੱਲ ਫਿਰ ਉੱਥੇ ਹੀ ਆ ਕਿ ਸਾਨੂੰ ਨਾਂ ਰੱਖਣ ਲੱਗੇ ਸੋਚਣਾ ਚਾਹੀਦਾ ਆ ਤਾਂ ਕਿ ਉਹਦਾ ਪ੍ਰਤੀਕਰਮ ਜਿਹੜਾ ਆ ਕੋਈ ਇਹੋ ਜਿਹਾ ਨਾ ਹੋਵੇ। ਪਹਿਲਾਂ ਹੀ ਜਿਹੜੀ ਢਿੱਲ ਨਹੀਂ ਦੇਣੀ ਚਾਹੀਦੀ। ਅਖੀਰ ਦੇ ਵਿੱਚ ਗੱਲ ਕਰਾਂਗੇ ਆਪਾਂ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਹੁਣਾਂ ਦੀ। ਨਵਜੋਤ ਸਿੱਧੂ ਮਿਲ ਕੇ ਆਏ ਆ, ਇੱਕ ਚਿੱਠੀ ਜਿਹੜੀ ਆ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ ਆ, ਜਿਹਦੇ ਵਿੱਚ 5 ਗੱਲਾਂ ਜਿਹੜੀਆਂ ਆ ਕੀਤੀਆਂ ਗਈਆਂ, 5 ਮੁੱਦੇ ਚੱਕੇ ਗਏ ਆ। ਇਹਦੇ ਵਿੱਚ ਪਹਿਲੀ ਗੱਲ ਹੈਗੀ ਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਇਨਸਾਫ ਦਿਵਾਇਆ ਜਾਵੇ। ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ। ਜਿਹੜੀ ਸਪੈਸ਼ਲ ਟਾਸਕ ਫੋਰਸ ਆ ਉਹਨੂੰ ਦੂਜੇ ਮਸਲੇ 'ਚ ਰੱਖਿਆ ਗਿਆ ਆ ਕਿ ਨਸ਼ਾ ਤਸਕਰੀ ਦੇ ਵਿੱਚ ਦਰਜ ਜਿਹੜੇ ਵੱਡੇ ਮਗਰਮੱਛਾਂ ਦੇ ਨਾਂ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਮਿਸਾਲੀ ਸਜ਼ਾ ਦਿੱਤੀ ਜਾਵੇ। ਤੀਜੀ ਗੱਲ ਖੇਤੀ ਬਿੱਲਾਂ ਦੀ ਕੀਤੀ ਗਈ ਹੈ ਕਿ ਜਿਵੇਂ SYL ਮਾਮਲੇ ਵਿੱਚ ਵਿਧਾਨ ਸਭਾ 'ਚ ਮਤਾ ਪਾਇਆ ਸੀਗਾ, ਇੱਦਾਂ ਹੀ ਖੇਤੀ ਬਿੱਲਾਂ ਦੇ ਮਾਮਲੇ ਵਿੱਚ ਵੀ ਵਿਧਾਨ ਸਭਾ ਸੱਦ ਕੇ ਮਤਾ ਪਾਇਆ ਜਾਵੇ ਕਿ ਪੰਜਾਬ ਇਹ ਖੇਤੀ ਬਿੱਲ ਕਦੀ ਵੀ ਲਾਗੂ ਨਹੀਂ ਕਰੂਗਾ। ਸਾਰੀਆਂ ਪਾਰਟੀਆਂ ਇਹ ਸਰਬਸੰਮਤੀ ਦੇ ਨਾਲ ਇਹ ਮਤਾ ਜਿਹੜਾ ਆ ਵਿਧਾਨ ਸਭਾ ਦੇ ਵਿੱਚ ਪਾਉਣ। ਚੌਥੀ ਗੱਲ ਜਿਹੜੀ ਆ ਉਹ ਕੀਤੀ ਗਈ ਆ ਕਿ ਜਿਹੜੇ ਬਿਜਲੀ ਸਮਝੌਤੇ ਆ ਉਹ ਤੁਰੰਤ ਰੱਦ ਕੀਤੇ ਜਾਣ। ਅਤੇ ਪੰਜਵੀਂ ਗੱਲ ਵਾ ਜਿਹੜੀ ਆ ਮੁਲਾਜ਼ਮਾਂ ਦੀ ਆ, ਅਧਿਆਪਕ, ਡਾਕਟਰ, ਨਰਸ, ਲਾਈਨਮੈਨ, ਸਫਾਈ ਕਰਮਚਾਰੀ ਅਤੇ ਹੋਰ ਕਈ ਤਰ੍ਹਾਂ ਦੇ ਮੁਲਾਜ਼ਮ ਜਿਹੜੇ ਹੜਤਾਲਾਂ ਕਰ ਰਹੇ ਆ, ਸਰਕਾਰ ਦੇ ਖਿਲਾਫ ਧਰਨੇ ਦੇ ਰਹੇ ਆ, ਕਹਿੰਦੇ ਇਹਨਾਂ ਦੀ ਗੱਲ ਸੁਣੋ, ਦੱਸੋ ਉਹਨਾਂ ਨੂੰ ਖਜ਼ਾਨੇ 'ਚ ਇੰਨੇ ਕੁ ਪੈਸੇ ਹੈਗੇ ਆ, ਕੁਛ ਹੋ ਸਕਦਾ ਆ, ਆਪਾਂ ਰਲ ਕੇ ਜਿਹੜਾ ਕੁਛ ਕਰਦੇ ਹਾਂ। ਸੋ ਇਹ ਗੱਲਾਂ 5 ਜਿਹੜੀਆਂ ਸਿੱਧੂ ਨੇ ਉਠਾਈਆਂ ਆ। ਹੁਣ ਦੇਖਣ ਸੁਣਨ ਨੂੰ ਇਹ ਮੰਜੇ ਮੰਗਾ ਬਹੁਤ ਵਧੀਆ ਲੱਗਦੀਆਂ ਆ, ਪਰ ਕਿਤੇ ਨਾ ਕਿਤੇ ਗੱਲ ਸਮਝਣ ਵਾਲੀ ਇਹ ਆ ਕਿ ਸਿੱਧੂ ਜਿਹੜੇ ਆ ਵਿਰੋਧੀ ਧਿਰ ਤੋਂ ਮੁੱਦੇ ਖੋ ਰਹੇ ਆ। ਹੋ ਸਕਦਾ ਇਹਦੇ ਪਿੱਛੇ ਪ੍ਰਸ਼ਾਂਤ ਕਿਸ਼ੋਰ ਦਾ ਦਿਮਾਗ ਹੀ ਚੱਲਦਾ ਹੋਵੇ। ਤੁਸੀਂ ਇਹ ਦੇਖੋ ਕਿ ਇਹ ਗੱਲਾਂ ਜਿਹੜੀਆਂ ਆਮ ਆਦਮੀ ਪਾਰਟੀ ਵੱਲੋਂ, ਅਕਾਲੀ ਦਲ ਵੱਲੋਂ ਅਤੇ ਹੋਰ ਵਿਰੋਧੀ ਪਾਰਟੀਆਂ ਵੱਲੋਂ ਹੋਣੀਆਂ ਚਾਹੀਦੀਆਂ ਸੀਗੀਆਂ, ਅਤੇ ਕਾਂਗਰਸ ਦਾ ਪ੍ਰਧਾਨ ਹੀ ਕਾਂਗਰਸ ਦੇ ਮੁੱਖ ਮੰਤਰੀ ਦੇ ਮੂਹਰੇ ਮੁੱਦੇ ਚੱਕ ਰੱਖ ਰਿਹਾ ਅਤੇ ਆਪਣੇ ਆਪ ਨੂੰ ਵਿਰੋਧੀ ਪਾਰਟੀ ਦੇ ਆਗੂ ਵਜੋਂ ਜਿਹੜਾ ਪੇਸ਼ ਕੀਤਾ ਜਾ ਰਿਹਾ। ਸੋ ਇਹਦੇ ਨਾਲ ਕੀ ਹੋਇਆ ਕਿ ਵਿਰੋਧੀ ਪਾਰਟੀਆਂ ਦੇ ਮੁੱਦੇ ਖੋਹੇ ਗਏ, ਵਿਰੋਧੀ ਪਾਰਟੀਆਂ ਦੇ ਮੂੰਹੋਂ ਉਹ ਗੱਲਾਂ ਖੋਹੀਆਂ ਗਈਆਂ ਜਿਹੜੀਆਂ ਉਹਨਾਂ ਨੇ ਕਰਨੀਆਂ ਸੀਗੀਆਂ। ਸੋ ਬੜੀ ਹੀ ਸਕੀਮ ਦੇ ਨਾਲ ਜਿਹੜਾ ਨਵਜੋਤ ਸਿੱਧੂ ਗੇਮ ਖੇਡ ਰਿਹਾ, ਇਹ ਆਪਣੀ ਉਹਨਾਂ ਦੀ ਗੇਮ ਆ ਜਾਂ ਪਿੱਛੇ ਇਹਦੇ ਪ੍ਰਸ਼ਾਂਤ ਕਿਸ਼ੋਰ ਆ, ਇਹ ਹਜੇ ਕਹਿਣਾ ਮੁਸ਼ਕਿਲ ਆ। ਪਰ ਇੰਨਾ ਜ਼ਰੂਰ ਹੈਗਾ ਕਿ ਨਵਜੋਤ ਸਿੱਧੂ ਖੁਦ ਹੀ ਕਾਂਗਰਸ ਦੇ ਵਿੱਚ ਰਹਿ ਕੇ ਪੰਜਾਬ ਦੀ ਵਿਰੋਧੀ ਧਿਰ ਜਿਹੜੀ ਆ ਬਣ ਰਹੇ ਆ, ਅਤੇ ਲੋਕਾਂ ਦਾ ਧਿਆਨ ਜਿਹੜਾ ਵਿਰੋਧੀ ਪਾਰਟੀਆਂ ਵੱਲੋਂ ਬੜੀ ਸਫਲਤਾ ਦੇ ਨਾਲ
ਖਿੱਚਿਆ ਜਾ ਰਿਹਾ ਆ। ਇਸੇ ਕਰਕੇ ਸ਼ਾਇਦ ਵਿਰੋਧੀ ਪਾਰਟੀਆਂ ਜਿਹੜੀਆਂ ਤਿਲਮਿਲਾ ਵੀ ਰਹੀਆਂ ਆ ਕਿ ਗੇਮ ਹੀ ਸਾਰੀ ਇੱਦਾਂ ਦੀ ਕਰ ਦਿੱਤੀ ਗਈ ਆ ਕਿ ਗੱਲਾਂ ਹੀ ਸਿੱਧੂ ਦੀ ਹੋ ਰਹੀ ਆ ਜਾਂ ਕੈਪਟਨ ਦੀ ਹੋ ਰਹੀ ਆ, ਤੇ ਬਾਕੀ ਜਿਹੜੇ ਲੋਕ ਨੇ, ਬਾਕੀ ਜਿਹੜੀਆਂ ਗੱਲਾਂ ਆ ਉਹ ਸਾਰੀਆਂ ਹਾਲ ਦੀ ਘੜੀ ਦੱਬ ਕੇ ਰਹਿ ਗਈਆਂ ਆ। ਸੋ ਇਹ ਸਿਆਸੀ ਚਾਲਾਂ ਆ ਜੀ। ਪ੍ਰਸ਼ਾਂਤ ਕਿਸ਼ੋਰ ਨਾਲ ਖੇਡਾਂ ਦੇ ਮਾਹਰ ਆ। ਦੇਖਦੇ ਆ ਪੰਜਾਬੀ ਕਿਹੜੇ ਕਿਹੜੇ ਭਲੇਚੇ ਦੇ ਵਿੱਚ ਇਸ ਵਾਰੀ ਆਉਂਦੇ ਆ ਤੇ ਕਿਹੜੇ ਕਿਹੜੇ ਦੇ ਵਿੱਚ ਨਹੀਂ ਆਉਂਦੇ। ਮੈਨੂੰ ਇੱਥੇ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਬਖਸ਼ੋ। ਕੱਲ੍ਹ ਨੂੰ ਹੋਰ ਗੱਲਬਾਤ, ਹੋਰ ਖਬਰਾਂ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ। The Sahota Show is brought to you by Mahindra Jewelers. ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।